ज़बूर 86 ਇਹਦੇ 'ਚ ਦਾਊਦ ਦੀ ਇੱਕ ਖੂਬਸੂਰਤ ਦੁਆ ਹੈ। ਇਸ ਦੁਆ ਦੀ ਸਿਰਫ ਇੱਕ ਆयत मैं पढ़ना चाहना, ਉਹਦੀ 11ਵੀਂ आयत। ऐ खुदावंद ਮੈਨੂੰ ਆਪਣੀ ਰਾਹ ਦੀ ਤਾਲੀਮ ਦੇ, ਮੈਂ ਤੇਰੀ ਰਾਸਤੇ 'ਚ ਚੱਲਾਂਗਾ। ਮੇਰੇ ਦਿਲ ਨੂੰ ਯਕਸੂਈ ਬਖਸ਼ ਤਾਂ ਕਿ ਤੇਰੇ ਨਾਂ ਦਾ ਖੌਫ ਮੰਨਾਂ। ਇਹ ਦਾਊਦ ਦੀ ਦੁਆ ਹੈ। ਸਾਡੀ ਜ਼ਿੰਦਗੀ 'ਚ ਇੱਕ ਚੀਜ਼ ਤਬਦੀਲੀ ਪੈਦਾ ਕਰਦੀ ਹੈ, ਉਹ ਹੈ ਦੁਆ। ਜਦੋਂ ਅਸੀਂ ਦੁਆ ਕਰਨੇ ਆ ਤੇ ਅਸਮਾਨ ਦੇ ਵਿੱਚ ਹਰਕਤ ਹੁੰਦੀ ਹੈ, ਹਲਚਲ ਮਚ ਜਾਂਦੀ ਹੈ, ਅਸਮਾਨੀ ਲਸ਼ਕਰ ਐਕਟੀਵੇਟ ਹੁੰਦੇ ਨੇ ਸਾਡੀ ਦੁਆ ਨਾਲ। ਔਰ ਦੂਸਰੀ ਚੀਜ਼, ਅਸੀਂ ਕੀ ਦੁਆ ਕਰ ਰਹੇ ਹਾਂ, ਇਹ ਦੂਸਰਾ ਪਹਿਲੂ ਹੈ। ਇੱਕ ਤੇ ਦੁਆ ਕਰਨਾ ਔਰ ਦੂਸਰਾ ਅਸੀਂ ਕੀ ਦੁਆ ਕਰ ਰਹੇ ਹਾਂ। ਦਾਊਦ ਜਿਹੜਾ ਇਸ ਚੀਜ਼ 'ਚ ਬੜਾ ਮਾਹਿਰ ਹੈ। ਤੁਸੀਂ ਦਾਊਦ ਦੇ ਜ਼ਬੂਰ ਪੜ੍ਹੋ, ਤੁਹਾਨੂੰ ਅਹਿਸਾਸ ਹੋਏਗਾ ਕਿ ਦਾਊਦ ਨੂੰ ਦੁਆ ਕਰਨੀ ਆਉਂਦੀ। ਹੁਣ ਇੱਥੇ ਦੁਆ ਕੀ ਕਰ ਰਿਹਾ ਕਿ ਐ ਖੁਦਾ ਮੈਨੂੰ ਆਪਣੇ ਰਾਹ ਦੀ ਤਾਲੀਮ ਦੇ। ਜਿਸ ਸ਼ਖਸ ਕੋਲ ਖੁਦਾ ਦੀ ਰਾਹ ਦੀ ਤਾਲੀਮ ਹੈ, ਜਿਸ ਸ਼ਖਸ ਨੂੰ ਖੁਦਾ ਦੀਆਂ ਰਾਹਾਂ ਦੀ ਪਛਾਣ ਹੈ, ਜਿਸ ਸ਼ਖਸ ਨੂੰ ਖੁਦਾ ਦੀ ਜ਼ਾਤ ਦੀ ਸਮਝ ਹੈ, ਉਸ ਸ਼ਖਸ ਦੀ ਦੁਆ ਯਕੀਨਨ ਖੂਬਸੂਰਤ ਹੁੰਦੀ ਹੈ। ਉਸ ਸ਼ਖਸ ਟੂ ਦੀ ਪੁਆਇੰਟ ਦੁਆ ਕਰਦਾ, ਉਹ ਦੁਆ ਕਰਦਾ ਜਿਹਦੇ ਨਾਲ ਖੁਦਾ ਦੇ ਨਾਮ ਨੂੰ ਜਲਾਲ ਮਿਲੇ। ਅਸੀਂ ਬਹੁਤ ਸਾਰੀਆਂ ਚੀਜ਼ਾਂ ਖੁਦਾ ਕੋਲ ਮੰਗ ਰਹੇ ਹਾਂ, ਲੇਕਿਨ ਮੈਂ ਮਹਿਸੂਸ ਕਰਨਾ ਕਿ ਬਹੁਤ ਸਾਰੀਆਂ ਚੀਜ਼ਾਂ ਅਸੀਂ ਐਸੀਆਂ ਖੁਦਾ ਕੋਲ ਮੰਗ ਰਹੇ ਹਾਂ ਜਿਨ੍ਹਾਂ ਦੀ ਸਾਨੂੰ ਲੋੜ ਨਹੀਂ ਹੈ। ਲੇਕਿਨ ਅਸੀਂ ਬੜੀ ਹਸਰਤ ਨਾਲ ਖੁਦਾ ਕੋਲ ਕਹਿੰਦੇ ਆ, ਖੁਦਾਵੰਦ ਕਾਸ਼ ਹੈ ਮੇਰੇ ਕੋਲ ਹੋਏ, ਖੁਦਾਵੰਦ ਕਾਸ਼ ਹੈ ਵੀ ਚੀਜ਼ ਮੇਰੇ ਕੋਲ ਹੋਏ, ਕਾਸ਼ ਹੈ ਵੀ ਹੋਏ। ਲੇਕਿਨ ਦਾਊਦ ਖੁਦਾ ਨੂੰ ਕਹਿੰਦਾ ਕਿ ਖੁਦਾਵੰਦ ਤੂੰ ਮੈਨੂੰ ਆਪਣੀ ਰਾਹ ਦੀ ਤਾਲੀਮ ਦੇ। ਖੁਦਾ ਦੀ ਤਾਲੀਮ ਜਿਸ ਬੰਦੇ ਦੇ ਅੰਦਰ ਹੈ, ਖੁਦਾ ਦੀ हिकमत जिस बंदे दे अंदर है, खुदा दे कलाम दी सच्चाई जिस बंदे दे अंदर है, वो बंदा अपनी जिंदगी दे मामलात नूं उस तरीके नाल डील करदा है जिहदे नाल वो अपने तमाम मामलात नूं बेहतरीन तरीके नाल हल कर सकदा। जिस बंदे कोल खुदा दे कलाम दी हिकमत नहीं, वो टेवे लांदा, वो कहंदा मैं पठान को सूद फड़ा, मैं इंज करा, मैं उंज करा, मैं इधर जावां, मैं उधर जावां, पुठे सीधे काम करदा, ਉਹਦੇ 'ਚ ਉਹਦੇ ਨੁਕਸਾਨ ਹੁੰਦੇ ਨੇ। लेकिन जिस बंदे कोल खुदा दे राह दी तालीम है, खुदा दी पहचान है, ਉਹਦੇ ਅਹਿਕਾਮਾਤ ਨੂੰ ਜਾਣਦਾ, ਉਹ ਬੰਦਾ ਉਹ ਕੰਮ ਕਰਦਾ ਜਿਹਦੇ ਨਾਲ ਉਹਨੂੰ ਪਰੇਸ਼ਾਨੀ ਚੁੱਕਣੀ ਨਹੀਂ ਪੈਂਦੀ, ਬਲਕਿ ਉਹਦੇ ਮਾਮਲਾਤ ਹੱਲ ਹੁੰਦੇ ਨੇ। ਉਹ ਖੁਦਾ ਦੇ ਰਾਹ ਦੀ ਤਾਲੀਮ ਕਿਉਂ ਮੰਗ ਰਿਹਾ ਖੁਦਾ ਕੋਲ? ਤਾਂ ਕਿ ਉਹ ਖੁਦਾ ਦੀ ਰਾਹ ਤੇ ਚੱਲ ਸਕੇ। ਠੀਕ ਹੈ ਜੀ। ਅੱਜ ਬਹੁਤ ਸੇ ਮਸੀਹੀ ਐਸੇ ਨੇ ਜਿਹੜੇ ਖੁਦਾ ਦੀ ਰਾਹ ਤੇ ਨਹੀਂ ਚੱਲ ਰਹੇ, ਔਰ ਰੀਜ਼ਨ ਕੀ ਹੈ? ਉਹ ਜਹਾਲਤ 'ਚ ਜ਼ਿੰਦਗੀ ਗੁਜ਼ਾਰ ਰਹੇ ਨੇ। ਲਾਸਟ ਟਾਈਮ ਇੱਕ ਬੁੱਧ ਨੂੰ ਕਲਾਮ ਸੁਣਾਇਆ ਸੀ ਮੈਂ, ਯਰਮੀਆ ਨਬੀ ਦੇ ਸੀਫੇ 'ਚੋਂ, ਉਹਦੇ 5 ਬਾਬ 'ਚੋਂ। ਅਸੀਂ ਇਹ ਸਿੱਖ ਰਹੇ ਸਾਂ ਕਿ ਜਿਹੜੇ ਲੋਕ ਖੁਦਾ ਦੀ ਤਾਲੀਮ ਤੋਂ ਨਵਾਕਿਫ ਨੇ ਉਹ ਲੋਕ ਜਾਹਿਲ ਨੇ। ਅਗਰ ਤੁਸੀਂ ਕਿਸੇ ਬੰਦੇ ਦੀ ਜਹਾਲਤ ਨੂੰ ਪਰਖਣਾ ਤੇ ਤੁਸੀਂ ਉਹਦੀ ਐਜੂਕੇਸ਼ਨ ਤੋਂ ਨਹੀਂ ਉਹਨੂੰ ਪਰਖ ਸਕਦੇ। ਸਾਡੇ ਇੱਥੇ ਇੱਕ ਮੁਹਾਵਰਾ ਮਸ਼ਹੂਰ ਹੈ, ਪੜ੍ਹਿਆ ਲਿਖਿਆ ਜਾਹਿਲ। ਇਹਦਾ ਮਤਲਬ ਹੈ ਕਿ ਜਿਸ ਬੰਦੇ ਕੋਲ ਦੁਨਿਆਵੀ ਤਾਲੀਮ ਹੈ, ਉਹਨੇ ਐਮਏ ਕੀਤਾ ਹੋਇਆ, ਬੀਏ ਕੀਤਾ ਹੋਇਆ, ਤਾਂ ਵੀ ਉਹ ਜਾਹਿਲ ਹੈ, ਅਗਰ ਉਹਦੇ ਕੋਲ ਖੁਦਾ ਦੇ ਕਲਾਮ ਦੀ ਪਛਾਣ ਨਹੀਂ। ਲੇਕਿਨ ਜਿਹੜਾ ਸ਼ਖਸ ਖੁਦਾ ਦੇ ਕਲਾਮ ਨੂੰ ਜਾਣਦਾ ਹੈ, ਉਹਦੇ ਕਲਾਮ ਤੇ ਅਮਲ ਕਰਦਾ, ਉਹ ਬੰਦਾ ਭਾਵੇਂ ਅਨਪੜ੍ਹ ਵੀ ਹੈ, ਉਹ ਜਾਹਿਲ ਨਹੀਂ ਹੈ। ਠੀਕ ਹੈ ਜੀ। ਇਹ ਖੁਦਾ ਦੱਸਦਾ ਸਾਨੂੰ, ਖੁਦਾ ਦਾ ਕਲਾਮ ਦੱਸਦਾ। ਤੇ ਕਈ ਵਾਰੀ ਅਸੀਂ ਆਪਣੀ ਦੁਨਿਆਵੀ ਤਾਲੀਮ ਤੇ ਬੜਾ ਫਖਰ ਕਰਨੇ ਆ, ਲੇਕਿਨ ਅਸੀਂ ਖੁਦਾ ਤੋਂ ਬਹੁਤ ਦੂਰ ਹੁੰਦੇ ਹਾਂ। ਸਾਨੂੰ ਖੁਦਾ ਦੇ ਕਲਾਮ ਦਾ ਅਤਾ ਪਤਾ ਹੀ ਕੋਈ ਨਹੀਂ ਹੁੰਦਾ, ਕਿਉਂਕਿ ਅਸੀਂ ਖੁਦਾ ਦੇ ਕਲਾਮ ਨੂੰ ਪੜ੍ਹਦੇ ਨੇ, ਅਸੀਂ ਖੁਦਾ ਦੇ ਕਲਾਮ ਨਾਲ ਵਕਤ ਨਹੀਂ ਗੁਜ਼ਾਰਦੇ। ਤੁਸੀਂ ਦੇਖਿਆ ਹੋਣਾ ਕਿ ਬਹੁਤ ਸੇ ਲੋਕ ਜਿਹੜੇ ਸਾਡੇ ਇਰਦ ਗਿਰਦ ਵੱਸਦੇ ਨੇ, ਬਲਕਿ ਅਸੀਂ ਆਪ ਵੀ ਜ਼ਿਆਦਾਤਰ ਬੇਚੈਨ ਹੁੰਦੇ ਹਾਂ। ਬੇਚੈਨੀ 'ਚ ਜ਼ਿੰਦਗੀ ਗੁਜ਼ਾਰੀ ਲੋਕਾਂ ਦੀ, ਇੰਜ ਜਿਵੇਂ ਕਿਸੇ ਚੀਜ਼ ਦੀ ਕਮੀ ਹੈ। ਕਈ ਵਾਰੀ ਅਸੀਂ ਸੋਚਦੇ ਹਾਂ ਸ਼ਾਇਦ ਸਾਡੇ ਕੋਲ ਪਿਆ ਪੈਸਾ ਹੋਏ ਤੇ ਸਾਡੀ ਜ਼ਿੰਦਗੀ ਇੰਨੀ ਅੱਛੀ ਹੋ ਜਾਏਗੀ ਤੇ ਫਿਰ ਸਾਡੀ ਜ਼ਿੰਦਗੀ 'ਚੋਂ ਸਾਰੇ ਗਮ ਖਤਮ ਹੋ ਜਾਣਗੇ। ਇਸ ਤਰ੍ਹਾਂ ਸੋਚਦੇ ਆ ਨਾ ਅਸੀਂ ਕਿ ਵੀ ਇਹ ਅਸੀਂ ਛੋਟੇ ਜਿਹੇ ਘਰ 'ਚ ਰਹਿ ਰਹੇ ਹਾਂ, ਜਦੋਂ ਕੋਈ ਵੱਡਾ ਘਰ ਸਾਨੂੰ ਖੁਦਾ ਦੇਗਾ ਨਾ, ਫਿਰ ਸਭ ਦੇ ਸੈਪਰੇਟ ਕਮਰੇ ਹੋਣਗੇ ਤੇ ਫਿਰ ਕੋਈ ਕਿਸੇ ਨੂੰ ਡਿਸਟਰਬ ਨਹੀਂ ਕਰੇਗਾ, ਇੰਟਰਫੇਰੈਂਸ ਨਹੀਂ ਹੋਏਗੀ ਕਿਸੇ ਦੀ, ਤੇ ਜ਼ਿੰਦਗੀ ਬੜੀ ਮਜ਼ੇ 'ਚ ਗੁਜ਼ਰੇਗੀ, ਬੜੀ ਅੱਛੀ ਗੁਜ਼ਰੇਗੀ। ਇੱਕ ਗੀਤ ਲਿਖਿਆ ਸੀ ਇੱਕ ਸ਼ਾਇਰ ਨੇ, ਮਨਸੂਬ ਇੱਕ ਸ਼ਾਇਰ ਸੀ, ਉਹਦਾ ਇੱਕ ਬਹੁਤ ਮਸ਼ਹੂਰ ਜ਼ਮਾਨਾ ਗੀਤ ਸੀ, ਬਨੇ ਰਹੋ ਤੁਮ ਯਿਸੂ में बने रहो, रूह में गाओ रूह में झूमो, ਯਿਸੂ में बने रहो। ਰਿਕੁਐਸਟ ਕਰਦਾ ਕਲੀਸਿਆ ਤੋਂ ਕਿ ਯਿਸੂ 'ਚ ਬਣੇ ਰਹੋ। ਔਰ ਉਹਦੇ ਜਿਹੜੇ ਸਾਰੇ ਉਸ ਗੀਤ ਦੇ ਸ਼ੇਰ ਨੇ ਉਹ ਵੱਧ ਤੋਂ ਵੱਧ ਨੇ, ਬਾਕਮਾਲ ਨੇ। ਜੈਸੇ ਮਛਲੀ ਬਿਨ ਪਾਣੀ ਕੇ ਜ਼ਿੰਦਾ ਨਾ ਰਹਤੀ ਹੈ, ਵੈਸੇ ਹੀ ਵਿਸ਼ਵਾਸੀ ਮਨ ਯਿਸੂ ਬਿਨ ਮੁਰਦਾ ਹੈ। ਜਿਹੜਾ ਸ਼ਖਸ ਯਿਸੂ ਦਾ ਨਾਮ ਲੈਵਾ, ਉਹ ਯਿਸੂ ਦੇ ਨਾਲ ਜਦੋਂ ਟਾਈਮ ਨਹੀਂ ਨਾ ਸਪੈਂਡ ਕਰਦਾ, ਉਹ ਬੇਚੈਨ ਹੋਏਗਾ, ਡੈਫੀਨੇਟਲੀ ਉਹ ਬੇਚੈਨ ਹੋਏਗਾ ਅਗਰ ਉਹ ਯਿਸੂ ਦੇ ਨਾਲ ਵਕਤ ਨਹੀਂ ਗੁਜ਼ਾਰ ਰਿਹਾ। ਮਛਲੀ ਨੂੰ ਤੁਸੀਂ ਪਾਣੀ ਦੇ ਵਿੱਚ ਜਦੋਂ ਰੱਖਦੇ ਹੋ, ਉਹਨੂੰ ਜਾਰ ਦੇ ਵਿੱਚ ਤੁਸੀਂ ਦੇਖਦੇ ਹੋ ਕਿੰਨੇ ਮਜ਼ੇ ਨਾਲ ਤੈਰ ਰਹੀ ਹੁੰਦੀ, ਕੋਈ ਫਿਕਰ ਫਾਕਾ ਨਹੀਂ ਹੁੰਦਾ, ਬਿੰਦਾਸ ਸਕੂਨ 'ਚ ਹੁੰਦੀ। ਲੇਕਿਨ ਉਹਨੂੰ ਜਦੋਂ ਤੁਸੀਂ ਪਾਣੀ 'ਚੋਂ ਕੱਢ ਕੇ ਬਾਹਰ ਰੱਖਦੇ ਹੋ, ਫਿਰ ਤੁਸੀਂ ਉਹਦੀ ਤੜਫਣੀਆਂ ਦੇਖਦੇ ਹੋ ਕਿਸ ਤਰ੍ਹਾਂ ਤੜਫਦੀ ਹੈ ਔਰ ਥੋੜੀ ਦੇਰ 'ਚ ਮਰ ਜਾਂਦੀ ਹੈ। ਇਸੇ ਤਰ੍ਹਾਂ ਇੱਕ ਵਿਸ਼ਵਾਸੀ ਮਨ, ਇੱਕ ਇਮਾਨਦਾਰ, ਇੱਕ ਖੁਦਾ ਦੇ ਨਾਲ ਚੱਲਣ ਵਾਲਾ ਸ਼ਖਸ ਜਦੋਂ ਖੁਦਾ ਤੋਂ ਦੂਰ ਹੋ ਜਾਂਦਾ, ਉਹਦੀ ਜ਼ਿੰਦਗੀ 'ਚ ਬੇਚੈਨੀ ਵਧਣੀ ਸ਼ੁਰੂ ਹੋ ਜਾਂਦੀ ਹੈ। ਉਕਤਾਹਟ, ਬੇਚੈਨੀ, ਹਸਦ, ਗੁੱਸਾ, ਬੇਵਜ੍ਹਾ ਹੀ ਗੁੱਸਾ ਕਰੀ ਜਾ ਰਿਹਾ, ਸ਼ੱਕ ਕਰ ਰਿਹਾ, ਘਬਰਾ ਰਿਹਾ, ਡਰ ਰਿਹਾ, ਰਾਤ ਨੂੰ ਉਹਦੇ ਪੈਰ ਖਿੱਚ ਰਿਹਾ, ਗਲਾ ਦਬਾ ਰਿਹਾ। ਇਹ ਹੁੰਦਾ ਨਾ ਸੀਨ ਲੋਕਾਂ ਦੇ ਨਾਲ। ਕਹਿੰਦਾ ਭਾਈ ਸਾਹਿਬ ਦੁਆ ਕਰੋ, ਰਾਤੀ ਬੜਾ ਭਾਰ ਪਿਆ। ਰੀਜ਼ਨ ਕੀ ਹੈ? ਉਹ ਬੰਦਾ ਖੁਦਾ ਦੀ ਪ੍ਰੈਜ਼ੈਂਸ ਤੋਂ ਬਾਹਰ ਹੈ ਔਰ ਸ਼ੈਤਾਨ ਉਹਨੂੰ ਤੰਗ ਕਰ ਰਿਹਾ, ਸ਼ੈਤਾਨ ਉਹਨੂੰ ਡਿਸਟਰਬ ਕਰ ਰਿਹਾ। ਜਦੋਂ ਤੁਹਾਡੀ ਜ਼ਿੰਦਗੀ 'ਚ ਅਫਸੁਰਦਗੀ ਆ ਜਾਏ, ਬੋਰੀਅਤ ਆ ਜਾਏ, ਬੇਚੈਨੀ ਆ ਜਾਏ, ਸ਼ੱਕ ਆ ਜਾਏ ਤੁਹਾਡੀ ਜ਼ਿੰਦਗੀ 'ਚ,
ਘਬਰਾਹਟ ਆ ਜਾਏ, ਤੁਸੀਂ ਟੋਟਲੀ ਤੌਰ ਤੇ ਆਪਣੇ ਆਪ ਨੂੰ ਨਾਕਾਮ ਫੀਲ ਕਰੋ, ਤੇ ਇੱਕ ਚੀਜ਼ ਆਪਣੇ ਜ਼ਿਹਨ 'ਚ ਜ਼ਰੂਰ ਲਿਆਣਾ, ਅਸੀਂ ਖੁਦਾ ਦੀ ਹਜ਼ੂਰੀ 'ਚੋਂ ਬਾਹਰ ਹਾਂ, ਸਾਨੂੰ ਵਾਪਸ ਖੁਦਾ ਦੀ ਹਜ਼ੂਰੀ 'ਚ ਭੱਜ ਕੇ ਆਉਣ ਦੀ ਜ਼ਰੂਰਤ। ਔਰ ਹਾਲਾਤ ਉਹੀ ਰਹਿਣਗੇ ਲੇਕਿਨ ਅਸੀਂ ਖੁਸ਼ ਹੋ ਜਾਵਾਂਗੇ। ਇਸ ਤਰ੍ਹਾਂ ਨਹੀਂ ਹੁੰਦਾ ਕਿ ਜਦੋਂ ਅਸੀਂ ਦੁਆ ਕਰਨ ਲਈ ਖੁਦਾ ਦੇ ਹਜ਼ੂਰ ਬਹਿੰਦੇ ਹਾਂ ਤੇ ਇੱਕਦਮ ਹੀ ਖੁਦਾ ਸਾਰੀਆਂ ਚੀਜ਼ਾਂ ਟਕ 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 ਔਨ ਕਰ ਦਿੰਦਾ, ਪੈਸੇ ਵੀ ਆ ਜਾਂਦੇ ਨੇ ਇੱਕਦਮ ਜੇਬ 'ਚ, ਸਭ ਕੁਝ ਠੀਕ ਹੈ। ਇੰਜ ਨਹੀਂ ਹੁੰਦਾ। ਹਾਲਾਤ ਜਿਉਂ ਦੇ ਤੂੰ ਰਹਿੰਦੇ ਨੇ, ਖੁਦਾ ਉਹਨਾਂ ਨੂੰ ਆਪਣੇ ਵਕਤ ਨਾਲ ਬਦਲਦਾ, ਲੇਕਿਨ ਖੁਦਾ ਦੀ ਹਜ਼ੂਰੀ 'ਚ ਆ ਕੇ ਸਾਡੀ ਬੇਚੈਨੀ ਵੀ ਚਲੀ ਜਾਂਦੀ ਹੈ, ਸਾਡਾ ਗੁੱਸਾ ਵੀ ਚਲਾ ਜਾਂਦਾ ਹੈ, ਸਾਡੀ ਅਫਸੁਰਦਗੀ ਵੀ ਚਲੀ ਜਾਂਦੀ ਹੈ, ਸਾਡੀ ਹਰ ਕਿਸਮ ਦੀ ਕਮਜ਼ੋਰੀ ਖੁਦਾ ਦੀ ਹਜ਼ੂਰੀ 'ਚ ਆਉਣ ਦੇ ਸਬਬ ਨਾਲ ਚਲੀ ਜਾਂਦੀ ਹੈ। ਔਰ ਖੁਦਾ ਆਪਣੇ ਫਜ਼ਲ ਦੀ ਬਦੌਲਤ, ਆਪਣੇ ਰਹਿਮ ਦੀ ਬਦੌਲਤ ਸਾਨੂੰ ਬਲੈਸ ਕਰਦਾ, ਬਰਕਤ ਦਿੰਦਾ, ਇਤਮੀਨਾਨ ਬਖਸ਼ ਦਿੰਦਾ। ਠੀਕ ਹੈ ਨਾ। ਤੇ ਦਾਊਦ ਕਹਿੰਦਾ ਕਿ ਖੁਦਾਵੰਦ ਤੂੰ ਮੈਨੂੰ ਆਪਣੀ ਰਾਹ ਦੀ ਤਾਲੀਮ ਦੇ ਤਾਂ ਕਿ ਮੈਂ ਉਹਦੇ ਤੇ ਚੱਲ ਸਕਾਂ। ਇਹ ਉਹਦੀ ਖਾਹਿਸ਼ ਹੈ। ਤੁਸੀਂ ਜ਼ਰਾ ਆਪਣੀ ਜ਼ਿੰਦਗੀ ਤੇ ਨਜ਼ਰ ਦੜਾਓ, ਤੁਹਾਡੀ ਕੀ ਖਾਹਿਸ਼ ਹੈ, ਸਾਡੀ ਕੀ ਖਾਹਿਸ਼ ਹੈ। ਅੱਜ ਦੀ ਕਲੀਸਿਆ ਦੀ ਖਾਹਿਸ਼ ਕੀ ਹੈ? ਅੱਜ ਦੀ ਕਲੀਸਿਆ ਦੀ ਖਾਹਿਸ਼ ਹੈ ਗੱਡੀ ਮਿਲ ਜਾਏ, ਅੱਜ ਦੀ ਕਲੀਸਿਆ ਦੀ ਖਾਹਿਸ਼ ਹੈ ਜੀ ਘਰ ਮਿਲ ਜਾਏ। ਇਹ ਸਭ ਸਾਡੀ ਬੁਨਿਆਦੀ ਜ਼ਰੂਰੀਆਤ ਨੇ, ਲੇਕਿਨ ਖੁਦਾਵੰਦ ਨਾਲੋਂ ਜ਼ਿਆਦਾ ਨਹੀਂ। ਅਗਰ ਅਸੀਂ ਖੁਦਾਵੰਦ ਦੀ ਬਜਾਏ ਇਹਨਾਂ ਚੀਜ਼ਾਂ ਦੀ ਤਲਾਸ਼ ਕਰ ਰਹੇ ਹਾਂ ਤੇ ਅਸੀਂ ਗਲਤ ਕਰ ਰਹੇ ਹਾਂ, ਅਸੀਂ ਨੁਕਸਾਨ 'ਚ, ਅਸੀਂ ਘਾਟੇ 'ਚ। ਲਿਖਿਆ ਹੈ ਕਿ ਤੁਸੀਂ ਪਹਿਲੇ ਉਹਦੀ ਬਾਦਸ਼ਾਹੀ ਤੇ ਉਹਦੀ ਰਾਸਬਾਜ਼ੀ ਤਲਾਸ਼ ਕਰੋ ਤੇ ਸਾਰੀਆਂ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ। ਸਾਡਾ ਮੁੱਦਾ ਕੁਝ ਫਰਕ ਹੈ। ਅਸੀਂ ਕਹਿੰਦੇ ਕਿ ਖੁਦਾਵੰਦ ਪਹਿਲੇ ਸਾਰੀਆਂ ਚੀਜ਼ਾਂ ਦੇ ਦੇ ਤੇ ਫਿਰ ਤੂੰ ਤੇ ਸਾਨੂੰ ਲੱਭ ਹੀ ਜਾਏਗਾ। ਕੈਸਾ ਗਲਤ ਕੰਮ ਹੈ ਸਾਡਾ। ਅਸੀਂ ਕਲਾਮ ਨੂੰ ਉਲਟ ਤਰੀਕੇ ਨਾਲ ਸਮਝਿਆ ਔਰ ਉਲਟ ਤਰੀਕੇ ਨਾਲ ਹੀ ਅਪਲਾਈ ਕੀਤਾ। ਮੈਂ ਇਸ ਚੀਜ਼ ਦੇ ਉੱਤੇ ਪ੍ਰੈਕਟਿਸ ਕਰ ਰਿਹਾ। ਮੈਂ ਕਹਿੰਦਾ ਕਿ ਖੁਦਾਵੰਦ ਤੂੰ ਮੇਰੀ ਜ਼ਿੰਦਗੀ 'ਚ ਰਹਿ, ਬਸ ਬਾਕੀ ਮੈਨੂੰ ਸਾਰੀਆਂ ਚੀਜ਼ਾਂ ਮਿਲਣਗੀਆਂ ਔਰ ਮੈਨੂੰ ਮਿਲ ਰਹੀਆਂ। ਔਰ ਖੁਦਾ ਬੜੇ ਅੱਛੇ ਤਰੀਕੇ ਨਾਲ ਸਾਰੀਆਂ ਚੀਜ਼ਾਂ ਨੂੰ ਮੁਹੱਈਆ ਕਰਦਾ, ਵਕਤ ਤੇ ਮੁਹੱਈਆ ਕਰ ਦਿੰਦਾ। ਮੇਰੇ ਦਿਲ 'ਚ ਖਾਹਿਸ਼ ਹੋਣੀ ਚਾਹੀਦੀ ਕਿ ਮੈਂ ਖੁਦਾ ਦੀ ਰਾਹ ਦੀ ਤਾਲੀਮ ਨੂੰ ਜਾਣਾ ਤਾਂ ਕਿ ਮੈਂ ਉਹਦੇ 'ਤੇ ਚੱਲ ਸਕਾਂ। ਔਰ ਫਿਰ ਉਹ ਕਹਿੰਦਾ ਮੇਰੇ ਦਿਲ ਨੂੰ ਯਕਸੂਈ ਬਖਸ਼। ਯਕਸੂਈ ਕੀ ਚੀਜ਼ ਹੈ ਜੀ? ਫੋਕਸ ਲਾਈਫ। ਡੋਲੀ ਜਦੋਂ ਤੂੰ ਹਾਂਡੀ ਪਕਾਨੀ ਹੈ ਜਾਂ ਕੋਈ ਵੀ ਚੀਜ਼ ਪਕਾਨੀ ਹੈ, ਅਗਰ ਤੂੰ ਫੋਕਸ ਨਹੀਂ ਹੈ, 4-5 ਚੀਜ਼ਾਂ ਵੱਲ ਤੇਰਾ ਧਿਆਨ ਖਿਲ ਰਿਹਾ ਹੈ ਤੇ ਫਿਰ ਉਹ ਚਾਰੋਂ ਪੰਜੋਂ ਹੀ ਕੰਮ ਖਰਾਬ ਹੋਣ। ਹੋ ਸਕਦਾ ਤੂੰ ਹਾਂਡੀ ਭੁੰਨਣ ਲੱਗ ਪਏ ਤੇ ਬੱਚੇ ਦੀ ਪੈਂਟ ਦੇ ਉੱਤੇ ਜਾਂ ਉਹਦੀ ਫਰੋਕ ਦੇ ਉੱਤੇ ਇਸਤਰੀ ਪਈ ਹੋਏ, ਉਧਰੋਂ ਫਿਰ ਤੈਨੂੰ ਸਮੈਲ ਆਏ, ਮੈਂ ਕੀ ਚੀਜ਼ ਰੱਖ ਆਈ ਹਾਂ, ਫਿਰ ਤੂੰ ਭੱਜੀ ਜਾਏਂਗੀ, ਤੂੰ ਕਹੇਂਗੀ ਉਹ ਫਰਾਕ ਸੜ ਗਈ। ਕੱਪੜੇ ਵੀ ਤੁਸੀਂ ਧੋਣ ਦੇ ਹੋ, 4-4 5-5 ਕੰਮ ਇੱਕੋ ਹੀ ਵਕਤ 'ਚ ਹੋਏ ਹੋਏ ਨੇ, ਉਹਦੇ ਨਾਲ ਕੀ ਹੁੰਦਾ? ਸਾਡੇ ਸਾਰੇ ਕੰਮ ਬਿਖਰ ਗਏ। ਦਾਊਦ ਨੂੰ ਇਹ ਪਤਾ ਹੈ ਕਿ ਸ਼ੈਤਾਨ ਮੇਰੇ ਜ਼ਿਹਨ 'ਚ ਖਲਾਰਾ ਪਾਏਗਾ। ਉਹ ਕਹੇਗਾ ਇਹ ਵੀ ਕਰ ਲੈ, ਚੁੱਕਿਓ ਬਾਦਸ਼ਾਹ ਸੀ, ਅਸੀਂ ਤੇ ਛੋਟਾ ਜਿਹਾ ਘਰ ਚਲਾ ਰਹੇ ਹਾਂ ਤੇ ਸਾਡੇ ਕੰਮ ਨਹੀਂ ਮੁੱਕਦੇ ਡੇਲੀ ਦੇ। ਅਸੀਂ ਕਹਿੰਦੇ ਜੀ ਭਾਈ ਸਾਹਿਬ ਅਸੀਂ ਬੜੇ ਬਿਜ਼ੀ ਹਾਂ। ਤੇ ਦਾਊਦ ਦੇ ਬਾਰੇ ਜ਼ਰਾ ਸੋਚੋ, ਦਾਊਦ ਤੇ ਬਾਦਸ਼ਾਹ ਸੀ, ਪੂਰਾ ਮੁਲਕ ਚਲਾ ਰਿਹਾ ਸੀ। ਕਦੀ ਉਹਦੇ ਕੋਲ ਵਜ਼ੀਰੇ ਖਾਰਜਾ ਆ ਰਿਹਾ, ਕਦੀ ਵਜ਼ੀਰੇ ਦਾਖਲਾ ਆ ਰਿਹਾ, ਕਦੀ ਐਜੂਕੇਸ਼ਨ ਦਾ ਵਜ਼ੀਰ ਆ ਰਿਹਾ, ਕਦੀ ਕੋਈ ਆ ਰਿਹਾ, ਕਦੀ ਇਹ ਮਸਲਾ ਜੀ, ਇਹ ਮਸਲਾ ਜੀ, ਫੌਜਾਂ ਆ ਗਈਆਂ ਜੀ, ਤਲਵਾਰਾਂ ਘਟ ਗਈਆਂ ਜੀ, ਇੰਜ ਹੋ ਗਿਆ ਜੀ, ਉਹ ਮਸਲਾ ਜੀ, ਫਲਾਣਾ ਇੰਜ ਹੋ। ਇਹ ਸਾਰੇ ਮਸਲੇ ਵੀ ਉਹ ਡੀਲ ਕਰ ਰਿਹਾ। ਲੇਕਿਨ ਉਹ ਖੁਦਾ ਨੂੰ ਕਹਿੰਦਾ ਕਿ ਖੁਦਾਵੰਦ ਮੇਰੇ ਦਿਲ ਨੂੰ ਯਕਸੂਈ ਬਖਸ਼, ਮੈਂ ਸਿਰਫ ਫੋਕਸ ਕਰ ਸਕਾਂ ਤੈਨੂੰ। ਜ਼ਬੂਰ 29 ਗਾਲਬਨ ਜਿਹਦੇ ਚੋਂ ਕਹਿੰਦਾ ਕਿ ਮੈਂ ਖੁਦਾ ਤੋਂ ਇੱਕੋ ਹੀ ਗੱਲ ਦੀ ਦਰਖਾਸਤ ਕੀਤੀ ਕਿ ਮੈਂ ਖੁਦਾ ਦੀ ਹਜ਼ੂਰੀ 'ਚ ਰਵਾਂ। ਉਹਨੂੰ ਪਤਾ ਹੈ ਕਿ ਮੇਰੇ ਸਾਰੇ ਕੰਮ ਖੁਦਾ ਦੀ ਹਜ਼ੂਰੀ 'ਚ ਰਹਿਣ ਨਾਲ ਸਿੱਧੇ ਹੋਣੇ ਨੇ। ਤੇ ਮੈਂ ਤੁਹਾਨੂੰ ਉਭਾਰਾਂਗਾ ਇਸ ਚੀਜ਼ ਲਈ, ਜਿੰਨਾ ਜ਼ਿਆਦਾ ਵਕਤ ਦੁਆ ਲਈ, ਖੁਦਾ ਦੇ ਕਲਾਮ ਲਈ ਤੁਸੀਂ ਵਕਫ ਕਰ ਸਕਦੇ ਹੋ ਕਰੋ। ਜਿਨ੍ਹਾਂ ਚੀਜ਼ਾਂ ਲਈ ਤੁਸੀਂ ਆਸ ਲਾਈ ਬੈਠੇ ਹੋ ਆਪਣੇ ਆਪ ਹੋਣਾ ਸ਼ੁਰੂ ਹੋ ਜਾਣਗੇ। ਖੁਦਾ ਦੀ ਹਜ਼ੂਰੀ 'ਚ ਆ ਕੇ ਆਟੋਮੈਟਿਕਲੀ ਹਰ ਇੱਕ ਚੀਜ਼ ਜਿਹੜੀ ਹੈ ਨਾ ਫੰਕਸ਼ਨਲ ਹੋਣਾ ਸ਼ੁਰੂ ਹੋ ਜਾਂਦੀ ਹੈ। ਜਿਹੜੀਆਂ ਚੀਜ਼ਾਂ ਫੰਕਸ਼ਨਲ ਨਹੀਂ ਨੇ, ਉਹ ਭਾਵੇਂ ਤੁਹਾਡੀ ਐਜੂਕੇਸ਼ਨ ਹੈ, ਭਾਵੇਂ ਤੁਹਾਡੀ ਫੈਮਿਲੀ ਮੈਟਰਸ ਨੇ, ਕੁਛ ਵੀ ਹੈ, ਉਹ ਸਭ ਚੀਜ਼ਾਂ ਆਪਣੇ ਆਪ ਜਿਵੇਂ ਪਜ਼ਲ ਜੋੜਦਾ ਹੈ ਨਾ, ਇੰਜ ਖੁਦਾ ਦੀ ਹਜ਼ੂਰੀ 'ਚ ਆ ਕੇ ਪਜ਼ਲ ਜੋੜਨਾ ਸ਼ੁਰੂ ਹੋ ਜਾਂਦਾ। ਸਾਡੀ ਜ਼ਿੰਦਗੀ ਬਿਖਰੀ ਹੋਈ ਹੈ, ਜਿਵੇਂ ਤੁਸੀਂ ਕੋਈ ਪਜ਼ਲ ਇੰਜ ਬਖੇਰ ਦੋ, ਉਹਦੇ ਮੁਖਤਲਿਫ ਪੀਸਿਸ ਨੇ। ਲੇਕਿਨ ਜਦੋਂ ਅਸੀਂ ਖੁਦਾ ਦੀ ਹਜ਼ੂਰੀ 'ਚ ਆਉਂਦੇ ਹਾਂ, ਖੁਦਾ ਨੂੰ ਫੋਕਸ ਕਰਨੇ ਆ, ਅਸੀਂ ਖੁਦਾ ਨੂੰ ਫੋਕਸ ਕਰ ਰਹੇ ਹੁੰਦੇ ਹਾਂ, ਖੁਦਾ ਥੱਲੇ ਸਾਡੀ ਜ਼ਿੰਦਗੀ ਨੂੰ ਜੋੜ ਰਿਹਾ ਹੁੰਦਾ। ਹਾਲੇਲੂਇਆ। ਹਰ ਇੱਕ ਚੀਜ਼ ਨੂੰ ਆਪਣੀ ਜਗ੍ਹਾ ਤੇ ਵਾਪਸ ਲਿਆ ਰਿਹਾ ਹੁੰਦਾ। ਸਾਡੇ ਰਿਸ਼ਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ, ਸਾਡਾ ਫਾਈਨੈਂਸ ਜਿਹੜਾ ਹੈ ਉਹ ਐਕਟਿਵ ਹੋ ਜਾਂਦਾ, ਬਾਇਸੇ ਬਰਕਤ ਹੋ ਜਾਂਦਾ। ਸਾਡੀ ਐਜੂਕੇਸ਼ਨ ਦੇ ਵਿੱਚ ਸਾਡਾ ਦਿਲ ਨਹੀਂ ਲੱਗ ਰਿਹਾ ਹੁੰਦਾ, ਲੇਕਿਨ ਇੱਕਦਮ ਸਾਨੂੰ ਮਜ਼ਾ ਆਉਣ ਲੱਗ ਪੈਂਦਾ। ਇਹ ਸਭ ਕੁਝ ਖੁਦਾ ਦੀ ਪ੍ਰੈਜ਼ੈਂਸ ਕਰਦੀ ਔਰ ਦਾਊਦ ਇਸ ਚੀਜ਼ ਨੂੰ ਜਾਣਦਾ। ਐਸੇ ਲਈ ਦਾਊਦ ਖੁਦਾ ਨੂੰ ਕਹਿੰਦਾ ਕਿ ਖੁਦਾਵੰਦ ਮੇਰੇ ਦਿਲ ਨੂੰ ਯਕਸੂਈ ਬਖਸ਼, ਔਰ ਯਕਸੂਈ ਕਿਸ ਲਈ ਬਖਸ਼? ਤਾਂ ਕਿ ਮੈਂ ਤੇਰੇ ਨਾਂ ਦਾ ਖੌਫ ਮੰਨ ਸਕਾਂ। ਇੱਕ ਬੜੀ ਸੋਹਣੀ ਗੱਲ ਹੈ ਕਿ ਇੱਕ ਇਮਾਨਦਾਰ ਖੁਦਾ ਦੇ ਖੌਫ ਦੇ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਨੂੰ ਖੁਦਾ ਦੇ ਕਲਾਮ ਦੇ ਮੁਤਾਬਿਕ ਢਾਲੇ। ਅਸੀਂ ਕਈ ਵਾਰੀ ਖੁਦਾ ਦਾ ਖੌਫ ਨਹੀਂ ਰੱਖਦੇ, ਸਾਨੂੰ ਹੋਰ ਬੜੀਆਂ ਚੀਜ਼ਾਂ ਦਾ ਖੌਫ ਹੈ। ਮੈਂ ਚੀਜ਼ ਦੇਖੀ ਹੈ ਕਿ ਲੋਕ ਪਾਦਰੀਆਂ ਤੋਂ ਜ਼ਿਆਦਾ ਡਰਦੇ ਨੇ, ਖੁਦਾ ਤੋਂ ਨਹੀਂ ਡਰਦੇ। ਮੈਂ ਚੀਜ਼ ਮਹਿਸੂਸ ਕੀਤੀ, ਪਾਦਰੀ ਆ ਜਾਏ ਫੌਰਨ ਟੀਵੀ ਬੰਦ ਕਰ ਦੇ, ਪਾਦਰੀ ਆ ਜਾਏ ਗਾਣੇ ਲੱਗੇ ਹੁਣ ਫੌਰਨ ਆਵਾਜ਼ ਘੱਟ ਕਰ ਦੇ, ਸਿਗਰਟ ਪੀ ਰਹੇ ਹੁਣ ਲਗਾ ਲੈਂਦੇ ਨੇ। ਲੇਕਿਨ ਉਹਨੂੰ ਇਸ ਬੰਦੇ ਨੂੰ ਇਹ ਸੋਚ ਨਹੀਂ ਹੁੰਦੀ ਕਿ ਯਾਰ ਖੁਦਾ ਤੇ ਮੈਨੂੰ ਓਪਨ ਦੇਖ ਰਿਹਾ, ਮੈਂ ਗੋਲੇ ਸੁੱਟ ਰਿਹਾ ਹਵਾ 'ਚ। ਕਈ ਲੋਕ ਗੋਲੇ ਸੁੱਟਦੇ ਨੇ, ਸਿਗਰਟ ਪੀ ਕੇ ਗੋਲਾ ਕੱਢਦੇ ਨੇ, ਨੱਕ 'ਚੋਂ ਧੂੰਆਂ ਕੱਢਦੇ ਨੇ। ਹਾਂਜੀ, ਇੱਥੋਂ ਸਾਬਤ ਇਹ ਚੀਜ਼ ਹੁੰਦੀ ਹੈ ਕਿ ਉਹ ਖੁਦਾ ਤੋਂ ਨਹੀਂ ਡਰਦੇ। ਲੇਕਿਨ ਅਗਰ ਕੋਈ ਉਹਨਾਂ ਦੇ ਚਰਚ ਦਾ ਬੰਦਾ, ਕੋਈ ਪਾਦਰੀ ਉਹਨਾਂ ਦੇ ਕੋਲੋਂ ਦੀ ਗੁਜ਼ਰੇ, ਫੌਰਨ ਲਗਾ ਲੈਂਦੇ ਨੇ। ਕਈ ਲੋਕ ਲਗਾ ਲੈਂਦੇ ਨੇ, ਧੂੰਆਂ ਉੱਡ ਰਿਹਾ ਹੁੰਦਾ ਪਿੱਛੋਂ, ਉਹ ਸੋਚਦੇ ਨੇ ਯਾਰ ਪਾਦਰੀ ਬਸ ਸਲਾਮ ਦੋਏ ਲੈ ਕੇ ਨਿਕਲੇ, ਅੱਗੇ ਜ਼ਿਆਦਾ ਹੋਏਗਾ ਤੇ ਮੇਰੇ ਮੂੰਹ 'ਚ ਬੋ ਵੀ ਆ ਜਾਏਗੀ। ਲੇਕਿਨ ਦਾਊਦ ਕਹਿੰਦਾ ਤਾਂ ਕਿ ਮੈਂ ਤੇਰੇ ਖੌਫ 'ਚ ਚੱਲ ਸਕਾਂ, ਤੇਰੇ ਨਾਂ ਦੇ ਖੌਫ 'ਚ ਚੱਲ ਸਕਾਂ। ਔਰ ਇੱਕ ਜਗ੍ਹਾ ਤੇ ਉਹ ਕਹਿੰਦਾ ਕਿ ਮੈਨੂੰ
ਪੁਸ਼ੀਦਾ ਐਬਾਂ ਤੋਂ ਪਾਕ ਕਰ ਤੇ ਬੇਬਾਕੀ ਦੇ ਗੁਨਾਹਾਂ ਤੋਂ ਵੀ ਬਚਾ। ਇਹ ਦਾਊਦ ਦੀਆਂ ਦੁਆਵਾਂ ਨੇ। ਤੁਸੀਂ ਜ਼ਰਾ ਦਾਊਦ ਦੀਆਂ ਦੁਆਵਾਂ ਪੜ੍ਹੋ ਤੇ ਸਹੀ ਜ਼ਬੂਰ 'ਚ, ਤੁਹਾਨੂੰ ਅਹਿਸਾਸ ਹੋਏਗਾ ਕਿ ਕਿਸ ਲੈਵਲ ਦੀ ਦੁਆ ਉਹ ਬੰਦਾ ਕਰ ਰਿਹਾ। ਸਾਡੀਆਂ ਦੁਆਵਾਂ ਕੀ ਨੇ? ਸਾਡੀ ਦੁਆ ਅਸਲ 'ਚ ਹੈ ਹੀ ਨਹੀਂ। ਅਸੀਂ ਅਸਲ 'ਚ ਦੁਆ ਹੀ ਨਹੀਂ ਕਰਦੇ। 15-20 ਮਿੰਟ ਦੀ ਕੀ ਦੁਆ ਹੈ? ਕੁਝ ਦੁਆ ਨਹੀਂ। ਉਹਦੇ ਨਾਲ ਤਾਂ ਸਾਡਾ ਜ਼ਿਹਨ ਮੁੰਤਸ਼ਰ ਹੋਇਆ ਹੁੰਦਾ, ਸਾਨੂੰ ਸਮਝ ਹੀ ਨਹੀਂ ਲੱਗਦੀ ਅਸੀਂ ਕੀ ਕੀਤਾ। ਜਿਸ ਟਾਈਮ ਤੇ ਸਾਡਾ ਜ਼ਿਹਨ ਥੋੜਾ ਜਿਹਾ ਸੈੱਟ ਹੁੰਦਾ, ਅਸੀਂ ਕਹਿੰਦੇ ਆ ਯਾਰ 20-25 ਮਿੰਟ ਹੋ ਗਏ ਨੇ, ਬਸ ਠੀਕ ਹੈ। ਬੂਆ ਖੜਕਾਓ, ਬੂਆ ਖੜਕਾਓ, ਬੂਆ ਖੜਕਾਓ। ਬੂਆ ਖੜਕਾਉਣ 'ਚ ਟਾਈਮ ਲਾਇਆ, ਇੰਤਜ਼ਾਰ ਕੀਤਾ, ਜਦੋਂ ਬੂਆ ਖੁੱਲਿਆ ਤਾਂ ਉਦੋਂ ਘਰ ਚਲੇ ਗਏ ਵਾਪਸ। ਉਹ ਤੇ ਮੁਲਾਕਾਤ ਦਾ ਟਾਈਮ ਸੀ। 25 ਮਿੰਟ, ਪੌਣਾ ਘੰਟਾ, 40 ਮਿੰਟ ਤੇ ਸਾਨੂੰ ਆਪਣਾ ਜ਼ਿਹਨ ਸਿੱਧਾ ਕਰਨ 'ਚ ਹੀ ਲੱਗ ਗਏ ਕਿ ਅਸੀਂ ਖੁਦਾ ਵੱਲ ਆਪਣਾ ਧਿਆਨ ਲਾਈਏ, ਅਸੀਂ ਖੁਦਾ ਦੇ ਕੋਲ ਬਹਿ ਕੇ ਆਪਣੇ ਦਿਲ ਦੀ ਗੱਲ ਉਹਨੂੰ ਦੱਸੀਏ। ਤੇ ਜਦੋਂ ਸਾਨੂੰ ਅਹਿਸਾਸ ਹੋਇਆ ਕਿ ਅਸੀਂ ਖੁਦਾ ਦੀ ਹਜ਼ੂਰੀ 'ਚ ਆ ਗਏ, ਉਦੋਂ ਅਸੀਂ ਉੱਠ ਗਏ। ਔਰ ਇਹ ਚੀਜ਼ ਸ਼ੁਰੂ 'ਚ ਬਹੁਤ ਹੀ ਜ਼ਿਆਦਾ ਹੁੰਦੀ ਹੈ, ਲੇਕਿਨ ਜਦੋਂ ਅਸੀਂ ਕੰਟੀਨਿਊਟੀ ਦੇ ਨਾਲ ਖੁਦਾ ਕੋਲ ਆਉਣਾ ਸ਼ੁਰੂ ਹੁੰਦੇ ਹਾਂ ਤਾਂ ਫਿਰ ਉਹਦੀ ਪ੍ਰੈਜ਼ੈਂਸ 'ਚ ਆਉਣ ਲੱਗੇ ਸਾਨੂੰ ਟਾਈਮ ਨਹੀਂ ਲੱਗਦਾ, ਫਿਰ ਅਸੀਂ ਜਲਦੀ ਆ ਜਾਂਦੇ ਹਾਂ। ਫੌਰਨ ਸਾਨੂੰ ਇਸ ਚੀਜ਼ ਦਾ ਅਹਿਸਾਸ ਹੁੰਦਾ ਕਿ ਖੁਦਾ ਦੀ ਹਜ਼ੂਰੀ ਨੇ ਮੈਨੂੰ ਘੇਰ ਲਿਆ, ਖੁਦਾ ਮੇਰੇ ਚਾਰੋਂ ਬੰਨੇ ਵੇ, ਉਹਨੇ ਮੈਨੂੰ ਲਪੇਟ ਲਿਆ। ਔਰ ਹੁਣ ਜੋ ਮੈਂ ਗੱਲ ਖੁਦਾ ਨਾਲ ਕਰਾਂਗਾ, ਖੁਦਾ ਮੈਨੂੰ ਉਸ ਗੱਲ ਦਾ ਜਵਾਬ ਦੇਵੇਗਾ। ਅੱਜ ਮਸੀਹੀ ਇਸ ਲੈਵਲ ਤੇ ਹੈ ਹੀ ਨਹੀਂ। ਉਹ ਤਾਂ ਦੁਆ ਕਰ ਰਹੇ ਨੇ 15-20 ਮਿੰਟ ਦੀ, ਉਹਦੇ 'ਚ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਖੁਦਾ ਨੂੰ ਕਿਹਾ ਤੇ ਕਿਆ ਵਾਕਈ ਖੁਦਾ ਨੇ ਸੁਣ ਲਿਆ। ਦਾਊਦ ਦੀ ਜਿਹੜੀ ਦੁਆ ਹੈ ਉਹ ਕੈਸੀ ਖੂਬਸੂਰਤ ਦੁਆ ਹੈ। ਔਰ ਮੈਂ ਇੱਕ ਕਲਾਮ ਸੁਣਾਇਆ ਸੀ, ਅਜੀਬ ਦੁਆएं। ਉਹ ਦਾਊਦ ਦੀਆਂ ਦੁਆਵਾਂ ਸਨ, 10 ਰਿਕੁਐਸਟਾਂ ਨੇ ਦਾਊਦ ਦੀਆਂ ਜਿਹੜੀਆਂ ਉਹ ਖੁਦਾ ਤੋਂ ਕਰਦਾ। ਔਰ ਮੈਂ ਮੁਖਤਲਿਫ ਜ਼ਬੂਰਾਂ 'ਚੋਂ ਆਇਤਾਂ ਲਈਆਂ ਸੀ, ਅਜੀਬ ਦੁਆएं। ਅਗਰ ਤੁਸੀਂ YouTube ਯੂਜ਼ ਕਰਦੇ ਹੋ ਤਾਂ ਤੁਸੀਂ ਉਹ ਜ਼ਾਹਿਰ ਦੀ ਗੱਲ ਤੁਸੀਂ ਕਰਦੇ ਹੋ ਗਿਆ ਤੇ ਕੋਈ ਪੁੱਛਣ ਵਾਲੀ ਗੱਲ ਹੀ ਨਹੀਂ ਅੱਜ ਦੇ ਦੌਰ 'ਚ। ਤੁਸੀਂ ਉਹ ਕਲਾਮ ਸੁਣ ਸਕਦੇ ਹੋ, ਅਜੀਬ ਦੁਆएं। ਤੁਹਾਨੂੰ ਅਹਿਸਾਸ ਹੋਏਗਾ ਕਿ ਸਾਡੀ ਜ਼ਿੰਦਗੀ ਕਿਸ ਪਾਸੇ ਜਾ ਰਹੀ ਹੈ। ਤੇ ਤੁਸੀਂ ਇਹ ਦੁਆ ਮੇਰੇ ਨਾਲ ਇਹਦੇ ਤੇ ਗੌਰ ਕੀਤਾ। ਉਹ ਖੁਦਾ ਕੋਲ ਰਿਕੁਐਸਟ ਕਰਦਾ ਕਿ ਮੈਨੂੰ ਆਪਣੇ ਰਾਹ ਦੀ ਤਾਲੀਮ ਦੇ। ਔਰ ਤਾਲੀਮ ਉਹ ਕਿਉਂ, ਐਜੂਕੇਟ ਕਿਉਂ ਹੋਣਾ ਚਾਹੁੰਦਾ? ਤਾਂ ਕਿ ਉਹ ਖੁਦਾ ਦੀ ਰਾਹ ਤੇ ਚੱਲ ਸਕੇ। ਕਈ ਵਾਰੀ ਅਸੀਂ ਖੁਦਾ ਕੋਲ ਵੀ ਆ ਕੇ ਆਪਣੀ ਮਰਜ਼ੀ ਨਾਲ ਹੀ ਚੱਲਣਾ ਚਾਹੁੰਦੇ ਹਾਂ, ਉਹ ਚੀਜ਼ਾਂ ਖੁਦਾ ਨੂੰ ਕਾਬਲੇ ਕਬੂਲ ਨਹੀਂ ਹੁੰਦੀਆਂ। ਜਦੋਂ ਅਸੀਂ ਖੁਦਾ ਤੋਂ ਐਜੂਕੇਸ਼ਨ ਲਵਾਂਗੇ ਫਿਰ ਅਸੀਂ ਉਹਦੀ ਮਰਜ਼ੀ ਦੇ ਮੁਤਾਬਿਕ ਉਹਦੇ ਨਾਲ ਚੱਲਾਂਗੇ। ਔਰ ਉਹ ਦੁਆ ਕਰਦਾ ਕਿ ਖੁਦਾ ਮੇਰੇ ਦਿਲ ਨੂੰ ਯਕਸੂਈ ਬਖਸ਼, ਤਾਂ ਕਿ ਮੇਰਾ ਫੋਕਸ ਹਟ ਨਾ ਜਾਏ ਤੇਰੇ ਤੋਂ, ਬਸ ਮੈਂ ਹਰ ਵੇਲੇ ਤੈਨੂੰ ਤੱਕਦਾ ਰਹਾਂ। ਪੌਲੁਸ ਰਸੂਲ ਕਹਿੰਦਾ ਆਪਣੇ ਕਾਮਲ ਕਰਨੇ ਵਾਲੇ ਯਿਸੂ ਨੂੰ ਤੱਕਦੇ ਰਹੋ। ਯਿਸੂ ਸਾਨੂੰ ਕਾਮਲ ਕਰ ਸਕਦਾ ਹੈ। ਤੇ ਜ਼ਰੂਰੀ ਹੈ ਕਿ ਅਸੀਂ ਆਪਣਾ ਧਿਆਨ ਗਾਣਿਆਂ ਤੋਂ, ਫਿਲਮਾਂ ਤੋਂ, ਡਰਾਮਿਆਂ ਤੋਂ, ਸ਼ਾਪਿੰਗ ਤੋਂ, ਗੈਰ ਜ਼ਰੂਰੀ ਚੀਜ਼ਾਂ ਤੋਂ ਹਟਾ ਕੇ ਯਿਸੂ ਵੱਲ ਲਾ ਲਈਏ। 1-1.5 ਮਹੀਨਾ ਕਰਕੇ ਤੇ ਵੇਖੋ ਇਸ ਤਰ੍ਹਾਂ, ਫਿਰ ਤੁਸੀਂ ਆਪੇ ਹੀ ਫਰਕ ਫੀਲ ਕਰ ਲਓਗੇ। ਮੈਂ ਤੁਹਾਨੂੰ ਜ਼ਿਆਦਾ ਲੰਮੀ ਨਹੀਂ ਦੱਸ ਰਿਹਾ, ਛੋਟਾ ਜਿਹਾ ਕੋਰਸ ਹੈ 1 ਮਹੀਨੇ ਦਾ। 1 ਮਹੀਨੇ ਦਾ ਕੋਰਸ ਕਰੋ, ਖੁਦਾ ਦੀ ਹਜ਼ੂਰੀ ਦਾ ਤਜਰਬਾ ਕਰੋ, ਚੱਖੋ ਤੇ ਸਹੀ ਖੁਦਾ ਦੀ ਹਜ਼ੂਰੀ ਨੂੰ। ਤੇ ਫਿਰ ਅਗਰ ਤੁਹਾਡਾ ਦਿਲ ਕਰੇ ਜਾਣ ਤੇ ਫਿਰ ਤੁਸੀਂ ਵਾਪਸ ਆ ਜਾਣਾ। ਯਿਸੂ ਮਸੀਹ ਨੇ ਕਿਹਾ ਪਤਰਸ ਨੂੰ, ਦੂਸਰੇ ਸ਼ਾਗਿਰਦਾਂ ਨੂੰ ਵੀ, ਅਗਰ ਤੁਸੀਂ ਵੀ ਜਾਣਾ ਚਾਹੁੰਦੇ ਹੋ ਤੁਸੀਂ ਚਲੇ ਜਾਓ। ਉਹਨੇ ਕਿਹਾ ਖੁਦਾਵੰਦ ਕਿਹਦੇ ਕੋਲ ਜਾਈਏ, ਜ਼ਿੰਦਗੀ ਦੀਆਂ ਗੱਲਾਂ ਤੇਰੇ ਕੋਲ। ਆਮੀਨ। ਤੇ ਜਿਹਨੂੰ ਚਸਕਾ ਲੱਗ ਜਾਂਦਾ ਉਹ ਫਿਰ ਵਾਪਸ ਨਹੀਂ ਜਾਂਦਾ, ਤੇ ਜਿਹਨੂੰ ਚਸਕਾ ਲੱਗਾ ਹੀ ਨਹੀਂ ਹੁੰਦਾ ਉਹ 50-50 ਰਹਿੰਦਾ। ਤੇ 50-50 ਜ਼ਿੰਦਗੀ ਬੜੀ ਖਤਰਨਾਕ ਹੈ। ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਖੁਦਾ ਨਾਲ ਜੋੜੀਏ, ਕਿਉਂਕਿ ਸਾਡੀ ਜ਼ਿੰਦਗੀ 'ਚ ਆਸਾਨੀਆਂ ਖੁਦਾ ਨੇ ਪੈਦਾ ਕਰਨੀਆਂ। ਸਾਡੇ ਆਪਣੇ ਖਿਆਲਾਤ, ਆਪਣੇ ਮਸ਼ਵਰੇ, ਆਪਣੀਆਂ ਚਲਾਕੀਆਂ ਉਹ ਸਾਨੂੰ ਅੱਗੇ ਲੈ ਕੇ ਨਹੀਂ ਜਾਣਗੀਆਂ। ਖੁਦਾ ਸਾਨੂੰ ਅੱਗੇ ਲੈ ਕੇ ਜਾਏਗਾ। ਔਰ ਜ਼ਰੂਰੀ ਹੈ ਜਦ ਅਸੀਂ ਇਸ ਚੀਜ਼ ਨੂੰ ਜਾਣਦੇ ਹਾਂ ਕਿ ਖੁਦਾ ਹੀ ਸਾਡੀ ਜ਼ਿੰਦਗੀ ਦਾ ਮਾਲਿਕ ਹੈ, ਔਰ ਸਾਡੀ ਜ਼ਿੰਦਗੀ 'ਚ ਜੋ ਕੁਝ ਬੈਸਟ ਹੋ ਸਕਦਾ ਉਹ ਖੁਦਾ ਤੋਂ ਆਉਣਾ। ਜਿਹੜੀ ਟ੍ਰੈਫਿਕ ਖੁਦਾ ਵੱਲੋਂ ਆਏਗੀ ਤੁਹਾਡੀ ਸਾਈਡ ਤੇ ਉਹ ਬੈਸਟ ਹੋਏਗੀ। ਤਰੱਕੀ, ਖੁਸ਼ਹਾਲੀ, ਬਰਕਤ, ਸਿਹਤ, ਸਲਾਮਤੀ ਇਹ ਸਭ ਨੂਰਾਂ ਦੇ ਬਾਪ ਵੱਲੋਂ ਆਉਂਦੀ ਹੈ, ਅਸਮਾਨ ਤੋਂ ਆਉਂਦੀ, ਖੁਦਾ ਵੱਲੋਂ ਆਉਂਦੀ। ਤੇ ਹਰ ਕਿਸਮ ਦੀ ਪਰੇਸ਼ਾਨੀ ਸ਼ੈਤਾਨ ਵੱਲੋਂ ਆਣੀ। ਤੇ ਜਦੋਂ ਸਾਡੀਆਂ ਫੈਮਲੀਆਂ ਦੇ ਵਿੱਚ ਇੰਜ ਸ਼ੈਤਾਨ ਦੰਦਨਾਉਂਦਾ ਫਿਰ ਰਿਹਾ ਤੇ ਫਿਰ ਉਹ ਜ਼ਾਹਿਰ ਜੀ ਗੱਲ ਉਹਦੇ ਪੁੱਠੇ ਕੰਮ ਕਰੇਗਾ। ਉਹ ਤੇ ਸਾਡੀ ਭਲਾਈ ਨਹੀਂ ਚਾਹੁੰਦਾ। ਸ਼ੈਤਾਨ ਆਂਦਾ ਹੈ, ਖੁਦਾਵੰਦ ਯਿਸੂ ਮਸੀਹ ਨੇ ਫਰਮਾਇਆ, ਮਾਰਨ ਲਈ, ਹਲਾਕ ਕਰਨ ਲਈ, ਤਬਾਹ ਕਰਨ ਲਈ, ਯੋਹਨਾ ਦੀ ਇੰਜੀਲ 10ਵੇਂ ਬਾਬ 'ਚ। ਇਸ ਲਈ ਆਓ ਅਸੀਂ ਆਪਣੀ ਜ਼ਿੰਦਗੀਆਂ ਤੇ ਗੌਰ ਕਰੀਏ, ਅਸੀਂ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰਨੀ ਹੈ। ਇਹ ਜਿਹੜੇ ਬੱਚੇ ਇੱਥੇ ਬੈਠੇ ਨੇ, ਤੁਹਾਡੇ ਕੋਲ ਬੇਟਾ ਇੱਕ ਗੋਲਡਨ ਟਾਈਮ ਹੈ, ਕਿਉਂਕਿ ਤੁਸੀਂ ਉਮਰ ਦੇ ਜਿਸ ਹਿੱਸੇ 'ਚੋਂ ਤੁਸੀਂ ਸਮਝ ਲਓ ਕਿ ਤੁਸੀਂ ਆਪਣੀ ਜ਼ਿੰਦਗੀ ਲਈ ਬੁਨਿਆਦ ਰੱਖੋਗੇ, ਆਪਣੀ ਆਉਣ ਵਾਲੀ ਜ਼ਿੰਦਗੀ ਲਈ, ਅਗਰ ਤੁਸੀਂ ਅੱਜ ਖੁਦਾ ਨਾਲ ਸੰਜੀਦਾ ਹੋ ਜਾਣ। 25-30 ਸਾਲ ਦੇ ਵਿੱਚ ਜਦੋਂ ਤੁਸੀਂ ਆਗੇ ਸੰਜੀਦਾ ਹੋਗੇ ਤੇ ਬਹੁਤ ਸਾਰੀਆਂ ਆਦਤਾਂ ਐਸੀਆਂ ਪੈ ਜਾਣਗੀਆਂ ਜਿਨ੍ਹਾਂ ਨੂੰ ਸਿੱਧਾ ਕਰਨ 'ਚ 5-6 ਸਾਲ ਲੱਗ ਜਾਣ। ਤੇ ਜਦੋਂ ਅਸੀਂ ਛੋਟੀ ਉਮਰ ਤੋਂ ਹੀ ਖੁਦਾ ਦੇ ਨਾਲ ਚੱਲ ਰਹੇ ਹੋਵਾਂਗੇ, ਖੁਦਾ ਦੀਆਂ ਸੱਚਾਈਆਂ ਨੂੰ, ਖੁਦਾ ਦੇ ਕਲਾਮ ਨੂੰ, ਉਹਦੇ ਅਹਿਕਾਮਾਤ ਨੂੰ ਜਾਣਦੇ ਹੋਵਾਂਗੇ ਔਰ ਉਹਦੀ ਪ੍ਰੈਕਟਿਸ ਕਰ ਰਹੇ ਹੋਵਾਂਗੇ, ਤੇ ਫਿਰ ਜਦੋਂ ਤੁਸੀਂ ਸਾਡੀ ਉਮਰ 'ਚ ਆਓਗੇ ਤੁਸੀਂ ਬਹੁਤ ਅੱਗੇ ਹੋਵੋਗੇ। ਔਰ ਇਹ ਸਾਡੀ ਦੁਆ ਹੈ ਕਿ ਤੁਸੀਂ ਸਾਡੇ ਤੋਂ ਬਹੁਤ ਅੱਗੇ ਹੋਵੋ ਔਰ ਸੰਜੀਦਗੀ ਨਾਲ ਖੁਦਾ ਨਾਲ ਚੱਲੋ। ਜਿਵੇਂ ਅਸੀਂ ਐਕਸਰਸਾਈਜ਼ ਕਰਨੇ ਆ, ਇੱਕ ਦਿਨ ਚਲੇ ਗਏ, 2 ਦਿਨ ਨਾ ਗਾ। ਜਿਵੇਂ ਆਪਣਾ ਸੁਨੀਲ ਜਾਂਦਾ ਗਿਟਾਰ, ਜੇ ਇਹ ਡੇਲੀ ਗਿਟਾਰ ਵਜਾਏ ਇਹਦੀਆਂ ਉਂਗਲਾਂ ਆਪਣੇ ਆਪ ਜਾਣਗੀਆਂ ਉੱਥੇ, ਇਹਦੇ ਕੰਨ ਜਿਹੜੇ ਨੇ ਉਹ ਸ਼ਾਰਪ ਹੋ ਜਾਣਗੇ, ਸੁਰ ਦੇ ਪਿੱਛੇ ਭੱਜਣਗੇ। ਲੇਕਿਨ ਜਦੋਂ ਇਹਨੇ ਕਦੀ ਕਦਾਈ ਗਿਟਾਰ ਨੂੰ ਹੱਥ ਲਾਣਾ ਹੈ, ਗਿਟਾਰ ਨੇ ਇਹਨੂੰ ਨਹੀਂ ਸਮਝ ਕੁਝ ਆਣ ਦੇਣੀ, ਇਹਨੂੰ ਗਿਟਾਰ ਦੀ ਸਮਝ ਨਹੀਂ ਆਣੀ ਹੈ। ਐਸੇ ਤਰ੍ਹਾਂ ਜਦੋਂ ਅਸੀਂ ਐਕਸਰਸਾਈਜ਼ ਕਰਨੇ, ਇੱਕ ਦਿਨ ਚਲੇ ਗਏ, 3 ਦਿਨ ਟਿਕਾ ਕੇ ਰੋਟੀ ਖਾ ਲਈ, ਫਿਰ ਚੌਥੇ ਦਿਨ ਚਲੇ ਗਏ, ਫਿਰ ਰੋਟੀ ਖਾ ਲਈ, ਫਿਰ ਚਲੇ ਗਏ, ਬਸ ਲਾਈਫ ਉੱਥੇ ਦੀ ਉੱਥੇ ਹੀ। ਨਾ ਕੋਈ ਵੇਟ ਘਟਦਾ, ਨਾ ਕੋਈ ਸਟੈਮਨਾ ਬਣਦਾ,
ना कोई जिंदगी चेंजिंग आती, उही भारीपन बनया रहा इत्थे, कहंदा जी कलेजा मेरा बड़ा घिरदा रहिंदा। रीजन की है? कंटीन्यूटी नहीं, कंटीन्यूटी चेंज लियांदी। प्रेयर च भी अगर असी कंटीन्यूटी लियावांगे, डेली खुदा को लावांगे, जिस तरह बेवा औरत आंदी सी, फिर साडी जिंदगी च तब्दीली आए। यसू मसीह ने एक ऐसी गल की जिन्हें मैनूं हैरान कर दिता। यसू मसीह ने कहा तुसीं अज तक मेरे नां तो कुछ मंगे नहीं मेरे बाप को, अगर तुसीं मंगदे तो तुहानूं देंदा। हुण किस किस्म की गल यसू ने की है, यह गल हैरानकुन। ਇਹਦਾ मतलब है जिस टाइप की ਅਸੀਂ दुआ कर रहे हैं तो दुआ ही नहीं जी यसू कह रहे। यसू तो कह रहा भी तुसीं मेरे नां तो मंगोगे तो बाप तुहानूं देगा, तुसीं मंगे नहीं अजे तक। मंगो तो सही, ਉਹਦੇ ਕੋਲ आओ तो सही, सच्चे दिल नाल ਉਹਦੇ हजूर झुको तो सही, ਉਹਦੇ हजूर आके अपने दिल ਨੂੰ उंडेलो तो सही, जिस तरह हन्ना ने उंडेलिया। और जो हन्ना ने अपना दिल उंडेलिया तो फिर सानूं पता लिखिया ਉਹਦਾ चेहरा उदास ना रहा। ਅੱਜ ਸਾਡੇ ਚਿਹਰਿਆਂ ਦੇ 12 ਵਜੇ ਨੇ, ਕਈਆਂ ਦੇ 12:30 ਵੀ बहुत ही उदास ने। वो जिहदे घर जाते हैं उन्होंने भी उदास कर देंगे, क्योंकि उदासी ना भरे हुए ने, बेचैनी ना भरे ने, ना उम्मीदी ना भरे हुए, उन्होंने कोल कोई चज की गल नहीं। वो बस लोगों को डरा धमका के चले जाते हैं, वो जी कुछ नहीं है जी, बस वक्त टपा रहे हैं। लेकिन जिहड़ा बंदा खुदा नाल चल रहा होंदा, वो बंदा जिथे भी जाता है खुशी की गल करदा, लोगों को तसल्ली देंदा, उन्होंने मन मजबूत करदा। तो मेरी दुआ है कि असीं जिन्ने भी इत्थे बैठे हुए हैं, असीं जिथे भी जाइए साडे नाल खुदा की बरकत जाए, साडे नाल खुदा की हजूरी जाए, साडे नाल खुदा का जलाल जाए, और असी जिथे भी जाइए लोगों लिए तसल्ली का, खुशी का बायस बनने। अगर कोई नाउमीदी च तो उन्होंने कहो कि बाजी कोई गल नहीं, घबराने की जरूरत नहीं, आओ असी घुटने टेकने, असी दुआ करने, खुदा जरूर काम करेगा। और वो इस चीज़ को वेख के दलेरी फड़नगे कि वाकई यार असी तो दुआ नहीं की, लेकिन यह भैन कह रही है, भाई कह रहा कि दुआ करिए, आओ असी दुआ करने, तो असी लोगों के ईमान को बढ़ा सकते। इस आयत के उत्ते गौर करिए जी दाऊद ने जबूर 86 के खुदावंद दे हजूर दुआ रखी है। उन्हें कहा कि खुदावंद मैनूं अपने राह दी तालीम दे, ताकि मैं तेरियां राहां ते चल सकां, और मेरे दिल नूं यकसुई बख्श, ताकि मैं तेरे नां दा खौफ मान सकां। अपनी अखां बंद करिए और दुआ मंगिए। ऐ मेहरबान आसमानी बाप, लश्करां दे खुदा, तेरी शुक्रगुजारी करने हैं कि तू अज सानूं ए मौका फराहम कीता, साडी जिंदगियां दे विच तू ए दिन लिआंदा कि असीं तेरे हजूर आ सकीए, एक खानदान दी सूरत च तेरे हजूर झुक सकीए। और तू वाकई बहुत खूबसूरत खुदा है, तू अपने लोगों नाल प्यार करना है, और तू उन्हां दियां सारियां कमियां कमजोरियां नूं एक पासे करके उन्हां नूं अपने बच्चों की तरह डील करना है। तेरी शुक्रगुजारी करने हैं खुदावंद यसू मसीह दे बेअब खून लई, जिहदे वसीले नाल साडे गुनाह धुल गए, और सानूं आसमानी बाप तेरी हजूरी च आने की दलेरी मिल गई। अज शाम तेरी शुक्रगुजारी करने हैं कि तू सानूं फजल बख्शिया, असीं तेरे कलाम ते गौर कर सकीए, तेरे कलाम दियां सच्चाइयां नूं जान सकीए, और एक दूसरे नूं एक दफा फिर इस गल लई उभार सकीए कि सानूं जरूर ही खुदा दे हजूर आना चाहिए, ताकि असी खुदा तो तसल्ली पा सकीए, रहनुमाई पा सकीए, बरकत पा सकीए। खुदावंद अपने इस अजीज खानदान लई एक दफा फिर तेरी गहरी बरकत नूं क्लेम करने, तेरी ब्लैसिंग्स नूं इन्हां दी जिंदगी च जारी करने, और मिन्नत करने कि मशरिक मगरिब और शमाल जनूब तो खुदा बरकत इन्हां लई आण, और खुदावंद इन्हां दे ईमान नूं मजबूत कर, इन्हां दियां सोचां नूं ख्यालां नूं तू खुदावंद अपने कलाम वाल लैके आ, और खुदावंद हर एक को मनसूबा जिहड़ा शैतान ने इन्हां दे खिलाफ बनाया, असी यसू मसीह दे नां च उस मनसूबे नूं कुचल देने, नाकाम बना देने, तबाह बर्बाद कर देने, और मिन्नत करने कि जिहड़े तेरे मनसूबे ने वो इन्हां दी जिंदगी च पूरे होण, ताकि खुदा तेरा नां इज्जत और जलाल पाए। तेरी शुक्रगुजारी करने यसू दे जिंदा कादिर अब्दी और जलाली नां दे वसीले च, आमीन।